हेलो डियर स्टूडेंट्स, एम अवतार सिंह एंड ਅੱਜ ਆਪਾਂ ਆਪਣੇ ਚੈਪਟਰ ਸੀਰੀਜ਼ ਐਂਡ ਸੀਕੁਐਂਸ ਦੇ ਕੁਝ ਹੋਰ ਨਵੀਆਂ ਟਾਈਪ ਦੇ ਕੁਐਸਚਨਸ ਟਰਾਈ ਕਰਾਂਗੇ। ਤਾਂ ਫਸਟਲੀ ਆਪਾਂ ਬੇਸਿਕਸ ਤੋਂ ਸਟਾਰਟ ਕਰਦੇ ਹਾਂ। ਆਪਾਂ ਨੂੰ 10th ਕਲਾਸ ਵਿੱਚ ਕੁਐਸਚਨਸ ਮਿਲਦੇ ਸੀ, ਆਪਾਂ ਨੂੰ ਏਪੀ ਸੀਰੀਜ਼ ਦਾ ਸਮ ਨਾਟ ਗਿਵਨ ਹੁੰਦਾ ਸੀ। ਸੋ ਆਪਾਂ ਇੱਥੇ ਟਾਈਪ ਲਿਖਦੇ ਹਾਂ when sum is not given, sum of AP is not given। ठीक है, ਤਾਂ ਆਪਾਂ ਟਰਮਸ ਨੂੰ ਕੀ ਲੈਟ ਕਰਦੇ ਸੀ, ਜ਼ਿਆਦਾ ਆਪਾਂ ਟਰਮਸ ਲੈਟ ਕਰਦੇ ਸੀ। ਫਸਟ ਟਰਮ a ਲੈ ਲੈਂਦੇ ਸੀ, ਦੂਸਰੀ ਟਰਮ a plus d, ਤੀਸਰੀ ਟਰਮ a plus 2d। ਇਸ ਤਰੀਕੇ ਕੁਐਸਚਨਸ ਕੀਤੇ ਹੋਣੇ ਆ ਸਾਰਿਆਂ ਨੇ। ਫਿਰ a plus 3d, a plus 4d, ਠੀਕ ਹੈ, ਅਪ ਟੂ ਸੋ ਔਨ। ਐਂਡ ਜੇਕਰ ਹੁਣ ਆਪਾਂ ਨੂੰ ਜਿਹੜੇ ਕੁਐਸਚਨਸ ਮਿਲਣਗੇ +1 ਕਲਾਸ ਵਿੱਚ when sum is given, ਹੁਣ ਆਪਾਂ ਨੂੰ sum given ਮਿਲੇਗਾ। ਓਕੇ, when sum of AP is given ਸੋ ਆਪਾਂ ਕੀ ਕਰਾਂਗੇ, ਹੁਣ ਇਹਦੇ ਵਿੱਚ ਵੀ ਅੱਗੇ ਟਾਈਪਸ ਹੈ। ਜੇਕਰ ਆਪਾਂ ਨੂੰ 3 ਟਰਮਸ ਦਿੱਤੀਆਂ ਹੋਈਆਂ, 4 ਟਰਮਸ ਦਿੱਤੀਆਂ ਹੋਈਆਂ, 5 ਟਰਮਸ ਦਿੱਤੀਆਂ ਹੋਈਆਂ, ਉਸ ਅਕੋਰਡਿੰਗਲੀ ਆਪਾਂ ਆਪਣੇ ਨੰਬਰ ਸਿਲੈਕਟ ਕਰਾਂਗੇ। ਤਾਂ ਫਸਟਲੀ ਜੇਕਰ ਆਪਣੇ ਕੋਲੇ ਕੁਐਸਚਨ ਦਿੱਤਾ ਹੋਇਆ ਫॉर 3 ਟਰਮਸ, ਠੀਕ ਹੈ, 3 ਟਰਮਸ ਦੀ ਗੱਲ ਕਰ ਰਿਹਾ ਕੁਐਸਚਨ, ਫॉर 3 ਟਰਮਸ, ਤਾਂ ਆਪਾਂ ਕਿਹੜੀਆਂ ਟਰਮਸ ਸਿਲੈਕਟ ਕਰਾਂਗੇ। ਸਮ ਆਪਾਂ ਨੂੰ ਦਿੱਤਾ ਹੋਇਆ 3 ਟਰਮਸ ਦਾ, ਤਾਂ ਆਪਾਂ ਕਿਹੜੀਆਂ ਟਰਮਸ ਸਿਲੈਕਟ ਕਰਾਂਗੇ। ਇੱਕ ਆਪਾਂ ਲੈਟ ਕਰਾਂਗੇ a, ਇੱਕ a plus d ਐਂਡ ਇੱਕ ਲੈਟ ਕਰਾਂਗੇ a minus d। ਕਲੀਅਰ? ਸੋ ਇਹ ਤੁਹਾਨੂੰ ਯਾਦ ਹੀ ਰੱਖਣੀਆਂ ਪੈਣੀਆਂ ਜੀ, ਠੀਕ ਹੈ, ਚੰਗੇ ਤਰੀਕੇ ਦਿਮਾਗ 'ਚ ਫਿੱਟ ਕਰ ਦਿਓ ਇਹਨਾਂ ਨੂੰ। ਐਂਡ ਜੇਕਰ ਆਪਣੇ ਕੋਲ ਕੁਐਸਚਨ ਆਉਂਦਾ for 4 ਟਰਮਸ, ਜੇਕਰ ਆਪਾਂ ਨੂੰ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਸਮ 4 ਟਰਮਸ ਦਾ ਗਿਵਨ, ਸੋ ਫਿਰ ਆਪਣੇ ਕੋਲ ਕੀ ਟਰਮਸ ਹੋਣਗੀਆਂ, a minus d, a plus d, a minus 3d and a plus 3d। ठीक है, ਇਹ ਵੀ ਤੁਹਾਨੂੰ ਯਾਦ ਹੀ ਰੱਖਣਾ ਪੈਣਾ ਜੀ ਜਦੋਂ ਆਪਣੇ ਕੋਲੇ 4 ਟਰਮਸ ਦੀ ਗੱਲ ਹੋਵੇ। ਇੱਥੇ 3 ਦੀ ਸੀ, ਇੱਥੇ 4 ਦੀ। ਠੀਕ ਹੈ, ਹੁਣ ਆਪਾਂ ਇਸ ਸਾਈਡ ਨੂੰ ਇਰੇਜ਼ ਕਰ ਦਿੰਨੇ ਆ। ਜਦੋਂ ਆਪਾਂ ਨੂੰ ਕੁਐਸਚਨ ਮਿਲ ਜੇ ਸਮ ਆਫ 5 ਟਰਮਸ, ਫਿਰ ਆਪਾਂ ਕੀ ਕਰਾਂਗੇ, for 5 ਟਰਮਸ, ਦੈਨ ਆਪਾਂ ਟਰਮਸ ਲੈਟ ਕਰਦੇ ਆ ਜਿਵੇਂ ਆਪਾਂ 3 ਦੇ ਵਿੱਚ ਲੈਟ ਕੀਤੀਆਂ ਸੀ। ਤਾਂ ਇੱਕ ਟਰਮ ਆਪਾਂ ਲਵਾਂਗੇ a, ਉਸ ਤੋਂ ਬਾਅਦ a plus d, ਉਸ ਤੋਂ ਪਹਿਲਾਂ a minus d and a minus 2d and ਇੱਥੇ a plus 2d। ਠੀਕ ਹੈ, ਸੋ ਆਪਾਂ ਇਹ ਟਰਮਸ ਲੈਟ ਕਰਕੇ ਚੱਲਾਂਗੇ ਜਦੋਂ ਆਪਾਂ ਨੂੰ ਕੁਐਸਚਨ ਗਿਵਨ ਹੋਊਗਾ 5 ਟਰਮਸ ਦਾ ਸਮ ਗਿਵਨ ਹੋਊਗਾ। ਐਂਡ ਜੇਕਰ ਆਪਾਂ ਨੂੰ ਲਾਸਟ for 6 ਟਰਮਸ, 6 ਦਾ ਕੁਐਸਚਨ ਆ ਸਕਦੇ ਆ, ਇਸ ਤੋਂ ਅੱਗੇ ਨਹੀਂ ਆਉਂਦੇ, for 6 ਟਰਮਸ, ਦੈਨ ਆਪਾਂ ਕੀ ਲੈਟ ਕਰਾਂਗੇ। ਹਾਂਜੀ, ਜਿਵੇਂ ਆਪਾਂ 4 ਦੇ ਕੇਸ ਕੀਤਾ ਸੀਗਾ, ਤਾਂ ਫਸਟਲੀ ਆਪਣੇ ਕੋਲੇ ਦੇਖੋ 4 ਦੇ ਕੇਸ 'ਚ ਇੱਥੇ ਆਪਾਂ n-1 ਕੀਤਾ ਸੀ ਨਾ, ਫਿਰ ਹੀ ਇੱਥੇ 3d ਆਇਆ ਸੀ। ਸੋ 6 ਦੇ ਕੇਸ 'ਚ ਵੀ ਉਵੇਂ ਹੀ ਕਰਾਂਗੇ। ਇੱਥੇ ਕੀ ਆ ਜਾਏਗੀ ਫਸਟ ਟਰਮ a plus ਨਹੀਂ a minus 5d। ਠੀਕ ਹੈ, ਉਸ ਤੋਂ ਬਾਅਦ a minus ਕਿੰਨਾ ਲਿਖੀਏ, a minus ਆ ਜਾਏਗਾ ਆਪਣੇ ਕੋਲੇ 3d। ਠੀਕ ਹੈ ਜੀ, ਉਸ ਤੋਂ ਬਾਅਦ a minus d, ਫਿਰ a plus d, ਉਸ ਤੋਂ ਬਾਅਦ ਫਰਦਰ ਅੱਗੇ ਕੀ ਆ ਜਾਏਗਾ a plus 3d ਐਂਡ ਉਸ ਤੋਂ ਬਾਅਦ ਆ ਜਾਏਗਾ a plus 5d। ਸੋ ਆਪਾਂ ਨੂੰ ਇਹਨਾਂ ਟਰਮਸ ਨੂੰ ਯਾਦ ਹੀ ਰੱਖਣਾ ਪੈਣਾ। ਜਦੋਂ ਆਪਾਂ ਨੂੰ 3 ਟਰਮਸ ਦਾ ਕੁਐਸਚਨ ਮਿਲ ਜੇ, ਆਪਾਂ ਨੂੰ ਦਿੱਤਾ ਹੋਵੇ ਸਮ ਆਫ 3 ਟਰਮਸ ਇਜ਼ ਦਿਸ ਵਨ, ਦੈਨ ਆਪਾਂ ਟਰਮਸ ਇਹ ਲੈਟ ਕਰਕੇ ਚੱਲਾਂਗੇ। ਜਦੋਂ 4 ਟਰਮਸ ਦਾ ਮਿਲ ਜੇ ਉਦੋਂ ਇਹ ਵਾਲੀਆਂ, 5 ਵੇਲੇ ਇਹ ਵਾਲੀਆਂ ਐਂਡ 6 ਦੇ ਕੇਸ ਵਿੱਚ ਇਹ ਵਾਲੀਆਂ। ਠੀਕ ਹੈ, ਸੋ ਹੁਣ ਆਪਾਂ ਕੁਐਸਚਨ ਟਰਾਈ ਕਰਦੇ ਹਾਂ। ਸੋ ਆਪਾਂ ਨੂੰ ਫਸਟ ਕੁਐਸਚਨ ਗਿਵਨ ਹੈ the sum of 3 terms of AP is -3। ਸੋ ਪਲੀਜ਼ ਇੱਥੇ ਯਾਦ ਰੱਖਿਓ ਆਪਾਂ ਨੂੰ 3 ਟਰਮਸ ਦੀ ਗੱਲ ਹੋ ਰਹੀ ਹੈ। ਓਕੇ, and their product is 8, find the numbers। ਤਾਂ ਪਹਿਲਾਂ ਆਪਾਂ 3 ਟਰਮਸ ਦੇ ਕੇਸ ਵਿੱਚ ਕਿਹੜੇ ਲੈਟ ਕਰ ਦਿੰਦੇ ਸੀ, ਨੰਬਰਸ ਲੈਟ ਕਰ ਲਈਏ। ਸੋਲੂਸ਼ਨ ਵਿੱਚ ਆਪਾਂ ਲਿਖਦੇ ਹਾਂ let 3 terms of AP be 3 terms of AP be, ਜੋ ਆਪਾਂ ਹੁਣ ਲਿਖ ਕੇ ਆਏ ਆ 3 ਦੇ ਕੇਸ ਵਿੱਚ। ਜ਼ਿਆਦਾ ਨਾ ਕਿਹੜੀਆਂ, ਇੱਕ ਤਾਂ ਲਿਖਦੇ ਸੀ ਆਪਾਂ a plus d and a minus d। ਠੀਕ ਹੈ, ਸੋ ਆਪਾਂ ਨੂੰ ਹੁਣ ਅਕੋਰਡਿੰਗ ਟੂ ਕੁਐਸਚਨ ਕੀ ਦਿੱਤਾ ਹੋਇਆ। ਫਸਟਲੀ ਅਕੋਰਡਿੰਗ ਟੂ ਕੁਐਸਚਨ ਆਪਾਂ ਨੂੰ ਗਿਵਨ ਹੈ ਸਮ ਆਫ 3 ਟਰਮਸ ਵੀ -3, ਤਾਂ ਆਪਾਂ ਇਹਨਾਂ ਦਾ ਸਮ ਕਰਦੇ ਹਾਂ a minus d plus a plus d।
ਇਹ ਦਿੱਤਾ ਹੋਇਆ ਆਪਾਂ ਨੂੰ -3। ਸੋ ਜਦੋਂ ਆਪਾਂ ਇਹਨਾਂ ਨੂੰ ਸੋਲਵ ਕਰਾਂਗੇ a plus a ਇਹ ਤਾਂ ਹੋ ਜਾਏਗਾ 3a ਐਂਡ -d ਤੇ +d ਕੈਂਸਲ ਆਊਟ ਹੋ ਜਾਣਗੇ। ਸੋ ਆਪਣੇ ਕੋਲੇ 3a ਦੀ ਵੈਲਿਊ ਆ ਗਈ -3 ਐਂਡ a ਦੀ ਵੈਲਿਊ ਆ ਗਈ -1। ਠੀਕ ਹੈ। ਐਂਡ ਹੁਣ ਆਪਾਂ ਆਪਣੀ ਸੈਕੰਡ ਇਕੁਏਸ਼ਨ ਵੱਲ ਵਧਦੇ ਹਾਂ। ਇਹਨਾਂ ਨੇ ਦਿੱਤਾ ਹੋਇਆ देयर प्रोडक्ट इज 8। ਤਾਂ ਆਪਾਂ ਨੂੰ 3 ਟਰਮਸ ਕਿਹੜੀਆਂ a -d into a plus d ਤਾਂ ਇਹਨਾਂ ਦਾ ਪ੍ਰੋਡਕਟ ਦਿੱਤਾ ਹੋਇਆ ਆਪਾਂ ਨੂੰ 8। ਹਾਂਜੀ ਤਾਂ ਇਹ ਬਣਿਆ ਪਿਆ a b a plus b। ਸੋ ਇਸ ਦਾ ਫਾਰਮੂਲਾ ਆਉਂਦਾ ਨਾ a square minus b square। ਸੋ ਇਹ ਹੋ ਜਾਏਗਾ ਆਪਣੇ ਕੋਲੇ a square minus d square into a is equals to 8। ਓਕੇ ਹੁਣ a ਦੀ ਵੈਲਿਊ ਪੁੱਟ ਕਰ ਦਿੰਨੇ ਆ -1। ਸੋ ਇਹ ਹੋ ਜਾਏਗਾ ਆਪਣੇ ਕੋਲੇ -1 into -1 ਦਾ ਹੋਲ ਸਕੁਅਰ minus d square is equals to 8। ਸੋ ਇਹ ਮਾਈਨਸ ਆਪਣੇ ਕੋਲੇ ਉਧਰ ਚਲੀ ਜਾਏਗੀ, ਇਹ ਇੱਧਰ ਬਚ ਜਾਏਗਾ 1 minus d square is equals to -8। ਓਕੇ ਸੋ -d square ਦੀ ਵੈਲਿਊ ਆ ਜਾਏਗੀ ਆਪਣੇ ਕੋਲੇ 1 ਉਧਰ ਚਲਾ ਜਾਏਗਾ -9। ਹਾਂਜੀ ਤਾਂ ਮਾਈਨਸ ਨਾਲ ਮਾਈਨਸ ਚਲਾ ਗਿਆ। ਸੋ d ਦੀਆਂ ਆਪਣੇ ਕੋਲੇ ਕਿਹੜੀਆਂ ਵੈਲਿਊਜ਼ ਆ ਗਈਆਂ +3। ਯਾਦ ਆ ਨਾ। ਸੋ d ਦੀਆਂ ਵੈਲਿਊਜ਼ ਆ ਗਈਆਂ ਆਪਣੇ ਕੋਲੇ +3। ਸੋ ਆਪਣੇ ਕੋਲੇ ਟਰਮਸ ਕਿਹੜੀਆਂ ਹੋ ਗਈਆਂ ਆਪਾਂ ਇੱਥੇ ਲਿਖਦੇ ਹਾਂ। ਇਸ ਵਿੱਚ ਆਪਾਂ ਵੈਲਿਊਜ਼ ਪੁੱਟ ਕਰ ਦਿੰਨੇ ਆ। ਓਕੇ ਤਾਂ ਫਸਟਲੀ ਜਦੋਂ ਆਪਾਂ ਵੈਲਿਊ ਲੈਟ ਕੀਤੀ ਹੈ d ਦੀ, ਜਦੋਂ ਆਪਾਂ d ਦੀ ਵੈਲਿਊ ਲੈ ਕੇ ਚੱਲੇ ਆ +3। ਸੋ ਆਪਣੇ ਕੋਲੇ ਕਿਹੜੀਆਂ ਹੋਣਗੀਆਂ। ਫਸਟ ਟਰਮ ਬਣੇਗੀ -1 -3, ਫਿਰ ਬਣੇਗੀ -1 ਐਂਡ ਉਸ ਤੋਂ ਬਾਅਦ -1 +3। ਠੀਕ ਹੈ। ਐਂਡ ਜੇਕਰ ਆਪਾਂ d ਦੀ ਵੈਲਿਊ ਪੁੱਟ ਕਰੀਏ -3, ਫਿਰ ਆਪਣੇ ਕੋਲੇ ਕਿਹੜੀਆਂ ਵੈਲਿਊਜ਼ ਬਣਨਗੀਆਂ -1 +3 बिकॉज माइनस प्लस हो जाएगा, ये -1 नहीं बनेगा एंड ये बन जाएगा -1 -3। सो इन्होंने फर्दर आप आगे लिख लेने आ। ये बन जाएगी फर्स्ट टर्म -4, अगली बन जाएगी -1 नहीं रहेगी, उस तो अगली बन जाएगी 2 एंड जेकर इथों बनाइए इथों बन जाएंगे फर्स्ट टर्म 2 -1 एंड -4। सो देख लो दोनों तो सेम ही आंसर आ रहा। -4 इस भी हैगा -1 ਇੱਥੇ ਵੀ ਹੈਗਾ, ਇੱਥੇ ਵੀ 2 ਹੈਗਾ। ਸੋ ਆਪਣਾ ਆਨਸਰ ਕੀ ਆ ਗਿਆ, ਟਰਮਸ ਹੋ ਗਈਆਂ ਆਪਣੀਆਂ 2 -1 ਐਂਡ -4। ਠੀਕ ਹੈ। ਤਾਂ ਆਪਣੇ ਕੋਲ ਨੈਕਸਟ ਕੁਐਸਚਨ ਗਿਵਨ ਹੈ फाइंड 4 टर्म्स ऑफ AP whose sum is 20 and sum of whose squares is 120। ਤਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ 4 ਟਰਮਸ ਦੀ। ਤਾਂ 4 ਟਰਮਸ ਦੇ ਕੇਸ ਵਿੱਚ ਆਪਾਂ ਹੁਣੇ ਲਿਖ ਕੇ ਹਟੇ ਆ, ਆਪਾਂ ਕਿਹੜੀਆਂ ਟਰਮਸ ਲੈਟ ਕਰਦੇ ਸੀ। ਹਾਂਜੀ ਲੈਟ 4 terms of AP B ਕਿਹੜੀਆਂ ਹੋ ਜਾਣਗੀਆਂ। ਫਸਟ ਵਨ ਹੋਏਗੀ a -3d, ਉਸ ਤੋਂ ਬਾਅਦ a -d, a +d and a +3d। ਠੀਕ ਹੈ। ਇਹ ਆਪਣੇ ਕੋਲੇ 4 ਟਰਮਸ ਆ। ਹਾਂਜੀ ਤਾਂ ਹੁਣ ਆਪਾਂ ਨੂੰ ਅਕੋਰਡਿੰਗ ਟੂ ਕੁਐਸਚਨ ਕੀ ਦਿੱਤਾ ਹੋਇਆ। ਫਸਟਲੀ ਆਪਾਂ ਨੂੰ ਗਿਵਨ ਹੈ ਸਮ ਆਫ these terms is 20। ਤਾਂ ਆਪਾਂ ਲਿਖਦੇ ਹਾਂ a -3d plus a -d plus a +d plus a +3d is equals to 20। ਹਾਂਜੀ ਤਾਂ ਆਪਣੇ ਕੋਲੇ ਇਹ ਹੋ ਜਾਏਗਾ 4a, 3d ਨਾਲ ਇਹ ਵਾਲਾ ਚਲਾ ਜਾਏਗਾ -d ਨਾਲ +d। ਸੋ 4a is equals to 20 ਆ ਗਿਆ ਐਂਡ a ਦੀ ਵੈਲਿਊ ਕਿੰਨੀ ਆ ਗਈ 5। ਕਲੀਅਰ। ਸੋ ਉਸ ਤੋਂ ਬਾਅਦ ਆਪਾਂ ਨੂੰ ਕੀ ਦਿੱਤਾ ਸਮ ਆਫ whose squares is 120। ਤਾਂ ਇਹਨਾਂ ਸਾਰਿਆਂ ਦੇ ਸਕੁਅਰਸ ਦਾ ਸਮ ਆਪਾਂ ਨੂੰ ਕਿੰਨਾ ਦਿੱਤਾ ਹੋਇਆ 120। ਤਾਂ ਫਸਟਲੀ ਆਪਾਂ ਲਿਖਦੇ ਹਾਂ a -3d ਇਸ ਦਾ ਹੋਲ ਸਕੁਅਰ ਪਲਸ a -d ਇਸ ਦਾ ਵੀ ਹੋਲ ਸਕੁਅਰ ਪਲਸ a +d ਇਸ ਦਾ ਹੋਲ ਸਕੁਅਰ ਪਲਸ a +3d ਇਸ ਦਾ ਵੀ ਹੋਲ ਸਕੁਅਰ ਇਜ਼ ਇਕੁਅਲਸ ਟੂ 120 ਦੇ। ਤਾਂ ਆਪਾਂ ਇਹਨਾਂ ਸਾਰਿਆਂ ਨੂੰ ਸੋਲਵ ਕਰਦੇ ਹਾਂ होल स्क्वायर खोल के। तो फर्स्टली यही की बन जाएगा a स्क्वायर प्लस 9d स्क्वायर माइनस 6ad यही बन जाएगा। एंड जेकर आप इसकी गल करिए ये हो जाएगा a स्क्वायर प्लस d स्क्वायर माइनस 2ad। ओके इस तो बाद थर्ड वाला बन जाएगा अपने को a स्क्वायर प्लस d स्क्वायर प्लस 2ad एंड जेड़ा लास्ट वाला ये हो जाएगा a स्क्वायर प्लस 9d स्क्वायर प्लस
6AD इज इक्वल टू 120। हाँ जी, तो हुण कट्टिया की कुछ जा रहा है 6AD नाल अपना 6AD जा रहा है, -2AD नाल प्लस दा 2AD जा रहा है। सो अपने को की कुछ रह गया बाकी ए स्क्वायर देखो कितनी होगी 1 2 3 एंड 4। सो अपने को हो गया 4A स्क्वायर प्लस डी स्क्वायर कितने हो गए 9 ते 9 हो गए 18, ये हो गया अपने को 20D स्क्वायर। 20D स्क्वायर इज इक्वल टू 120। सो अपने को 4 कॉमन निकल रहा है। हाँ जी, तो अपने को रह जाएगा ए स्क्वायर प्लस इतने की लिखांगे 5D स्क्वायर इज इक्वल टू 4 दे नीचे चला गया, इतने रह जाएगा 30। ओके, सो हुण आपां ए दी वैल्यू पुट कर दिंने आ। ए कितना सी अपने को 5। सो ये अपने को हो गया 25 प्लस 5D स्क्वायर इज इक्वल टू 30। ओके, सो आप इतने लिख दें एक बारी, ये हो जाएगा अपने को 5D स्क्वायर इज इक्वल टू 30 माइनस 25। सो 5D स्क्वायर इज इक्वल टू 5 एंड D स्क्वायर इज इक्वल टू 1 एंड D दी वैल्यू की आ गई अपने को प्लस माइनस 1। ठीक है, सो D दी इत्थे अपने को वैल्यू आ गई प्लस माइनस 1 एंड अपने को A दी वैल्यू सीगी 5। सो अपने को वैल्यूज की बन गई। सो अपने को वैल्यूज आ गई, इत्थे पुट करदे हैं आपां when D is equals to plus 1, when D is equals to plus 1। हाँ जी, तो उदों की वैल्यूज आउंगियां A दी वैल्यू तो आपां 5 ही लेनी है। सो पहला आपां लिखांगे 5 माइनस 3 इंटू 1, अगली हो जाएगी 5 माइनस 1, उस तो अगली 5 प्लस 1, उस तो अगली हो जाएगी 5 प्लस 3 इंटू 1। हाँ जी, तो यही हो जाएंगी अपने को 5 माइनस 3 2 4 6 एंड ये हो जाएगी 8। ये वैल्यूज बन गई एंड जो आप D की वैल्यू लेके चलते हैं -1, व्हेन D इज इक्वल टू -1 देन फिर की वैल्यूज आउंगी। आप इदा करते हैं, ऊपर लिख लेते हैं। ओके, व्हेन D इज इक्वल टू -1, सो अपने को हो जाएगा 5 माइनस 3 इंटू -1, दूसरी हो जाएगी 5 माइनस -1, तीसरी हो जाएगी 5 प्लस D की वैल्यू -1 एंड फोर्थ हो जाएगी 5 प्लस 3 इंटू -1। सो जो आप इन्होंने अगे सॉल्व करांगे, ये फर्स्ट टर्म आ जाएगी अपने को 8, दूसरी आ जाएगी 6, तीसरी आ जाएगी 4 एंड लास्ट आ जाएगी अपने को 2। सो ये आ गई अपने को 2 4 6 8, ये भी वही आई सी 2 4 6 8। सो अपना आंसर बिल्कुल सही है। एंड अपने को नेक्स्ट सम गिवन है, इफ सम ऑफ 2n टर्म्स इज इक्वल्स टू 3 टाइम्स सम ऑफ n टर्म्स देन प्रूव दैट सम ऑफ 3n टर्म्स अपॉन सम ऑफ n टर्म्स इज इक्वल्स टू 6। ओके, तो पहला आप इसनु थोड़ा जिहा मोल्ड करके लिख लेने अपनी टू प्रूव नु। तो आप इसनु किदां लिख सकते हैं, अपने को फार्मूला हुंदा ना सम ऑफ n टर्म्स दा की फार्मूला हुंदा n अपॉन 2 ब्रैकेट दे विच 2a प्लस n माइनस 1 इंटू d। सो उस तरीके सब तो पहला की हुंदा n अपॉन 2, सो दैट मीन्स 3n अपॉन 2। LHS साइड नु किदां लिख सकते हैं, ओनली LHS साइड नु। ओके, 3n अपॉन 2 प्लस 2a प्लस n माइनस 1, n कितना अपने को इस बारी 3n माइनस 1 इंटू d। ओके, एंड जी नीचे वाली चीज है इसको कितना लिख सकते हैं n अपॉन 2 2a प्लस n माइनस 1 इंटू d। ओके, सो अपने को 2 नाल 2 जा रहा है इथे एंड n नाल n जा रहा है। सो अपने को पेंडिंग की रह जाएगा 3 ब्रैकेट दे विच 2a प्लस 3n माइनस 1 इंटू d अपॉन 2a प्लस n माइनस 1 इंटू डी। आज ही अपने को पेंडिंग रही एंड हुण आपां अपनी गिवन टर्म्स तो a एंड d की वैल्यू कढ लांगे एंड इत्थे पुट कर देंगे, उस तो बाद अपना प्रूव हो जाएगा। सो आपां इत्थों वैल्यू बनाउणी है, सम ऑफ 2n टर्म्स नु आपां किदां लिख सकते हैं 2n अपॉन 2 2a प्लस 2n माइनस 1 इंटू d इज इक्वल टू
3 टाइम्स Sn ਨੂੰ ਕਿੱਦਾਂ ਲਿਖ ਸਕਦੇ ਹਾਂ n/2 2a plus n minus 1 into d। हाँ जी, तो ਹੁਣ ਆਪਾਂ ਇਦਾਂ ਕਰਦੇ ਹਾਂ, ਜੋ ਚੀਜ਼ਾਂ ਕੈਨਸਲ ਆਊਟ ਹੋ ਰਹੀਆਂ ਉਹਨਾਂ ਨੂੰ ਕੈਨਸਲ ਕਰ ਦਿੰਦੇ ਆ, n ਨਾਲ n ਜਾ ਰਿਹਾ ਐਂਡ ਬਾਕੀ ਆਪਾਂ ਕ੍ਰਾਸ ਮਲਟੀਪਲਾਈ ਕਰ ਦਿੰਦੇ ਆ। ਸੋ ਇਹ 2 ਇੱਧਰ ਆ ਜਾਏਗਾ, ਇਹ ਆਪਣੇ ਕੋਲੇ ਹੋ ਜਾਏਗਾ 4a plus 2 ਨੂੰ ਅੰਦਰ ਵੀ ਮਲਟੀਪਲਾਈ ਕਰ ਦਿੰਦੇ ਆ, 4n minus 2 ਬਾਹਰ ਆਪਣੇ ਕੋਲੇ d is equals to ਇਹ ਹੋ ਗਿਆ 6a plus 3n minus 3 ਬ੍ਰੈਕਟ ਬਾਹਰ d। ਸੋ ਹੁਣ ਆਪਾਂ ਸਾਰੀ ਟਰਮ ਨੂੰ ਇੱਧਰ ਚੱਕ ਲਿਆਉਣੇ ਆ, ਇਹ ਆਪਣੇ ਕੋਲੇ ਹੋ ਜਾਏਗਾ 4a plus 4n minus 2 minus 3n plus 3 ਸਾਰੇ ਦੇ ਬਾਹਰ ਆਪਣੇ ਕੋਲੇ d ਐਂਡ ਆਪਣੇ ਕੋਲੇ ਇੱਕ ਚੀਜ਼ ਹੋਰ ਸੀਗੀ ਇੱਥੇ minus 6a, ਆ 6a ਵੀ ਇੱਧਰ ਆਇਆ ਹੈ ਨਾ, ਬਾਕੀ ਚੀਜ਼ ਤਾਂ ਆਪਾਂ ਬ੍ਰੈਕਟ ਦੇ ਅੰਦਰ ਹੀ ਲਿਖਤੀ ਸਿੱਧੀ। ਇਹ ਹੋ ਗਿਆ ਆਪਣੇ ਕੋਲੇ minus 6a is equals to 0 and 4a minus 6a ਹੋ ਜਾਏਗਾ ਆਪਣੇ ਕੋਲੇ minus 2a and ਜੇਕਰ ਆਪਾਂ ਇਸ ਬ੍ਰੈਕਟ ਵਾਲੇ ਨੂੰ ਸੋਲਵ ਕਰੀਏ ਇਹ ਆਪਣੇ ਕੋਲੇ ਹੋ ਜਾਏਗਾ 4n minus 3n ਕਿੰਨਾ ਹੋਏਗਾ n and minus 2 plus 3 ਇਹ ਹੋ ਜਾਏਗਾ plus 1 is equals to 0। ਤਾਂ ਹਾਂਜੀ ਇੱਥੋਂ ਆਪਣੇ ਕੋਲੇ ਮਲਟੀਪਲਾਈ ਦੇ ਵਿੱਚ d ਵੀ ਸੀਗੀ, ਸੋ ਇੱਥੋਂ ਆਪਣੇ ਕੋਲੇ 2a ਦੀ ਵੈਲਿਊ ਕਿੰਨੀ ਆ ਜਾਏਗੀ, ਭਾਵੇਂ 2a ਦੀ ਵੈਲਿਊ ਬਣਾ ਲਓ ਭਾਵੇਂ d ਦੀ ਬਣਾ ਲਓ, ਸੋ ਆਪਣੇ ਕੋਲੇ 2a ਦੀ ਵੈਲਿਊ ਆ ਜਾਏਗੀ n plus 1 into d। ਕਲੀਅਰ। ਸੋ ਹੁਣ ਆਪਾਂ ਜਿੱਥੇ ਆਪਣੇ ਕੋਲੇ 2a ਮਿਲੇਗਾ ਇਹ ਵੈਲਿਊ ਆਪਾਂ ਚੱਕ ਕੇ ਉੱਥੇ ਪੁੱਟ ਕਰ ਦਿਆਂਗੇ। ਸੋ ਇੱਥੇ ਆਪਣੇ ਕੋਲੇ 2a ਮਿਲ ਰਿਹਾ, ਇੱਥੇ ਵੀ 2a ਆ, 2a ਦੀ ਜਗ੍ਹਾ ਤੇ ਆਪਾਂ ਕੀ ਲਿਖ ਦਿਆਂਗੇ ਹੁਣ n plus 1 into d। ਸੋ ਪੁੱਟ ਕਰੀਏ। ਹਾਂਜੀ, ਸੋ ਆਪਾਂ ਇਦਾਂ ਕਰਦੇ ਹਾਂ, ਇੱਕ ਵਾਰ ਮੈਂ ਇਸ ਨੂੰ ਇਰੇਜ਼ ਕਰ ਦਿੰਦਾ, ਆਪਾਂ ਫਿਰ ਪੁੱਟ ਕਰਦੇ ਹਾਂ। ਸੋ ਇਹ ਆਪਣੇ ਕੋਲੇ ਹੋ ਜਾਏਗਾ, ਇੱਥੇ ਮੈਂ ਪੁੱਟ ਕਰਦਾ ਹਾਂਜੀ 3 2a ਦੀ ਜਗ੍ਹਾ ਤੇ ਕੀ ਲਿਖਣਾ ਆਪਾਂ n plus 1 into d, n plus 1 into d plus 3n minus 1 into d upon 2a ਦੀ ਜਗ੍ਹਾ ਤੇ ਫਿਰ ਆਪਣੇ ਕੋਲੇ ਆ ਗਿਆ n plus 1 into d plus n minus 1 into d। ਓਕੇ, ਸੋ ਹੁਣ ਆਪਣੇ ਕੋਲੇ d ਦੋਨਾਂ ਟਰਮਸ ਦੇ ਵਿੱਚੋਂ ਕਾਮਨ ਨਿਕਲ ਰਿਹਾ ਤਾਂ ਆਪਾਂ ਕਾਮਨ ਕੱਢ ਦਿੰਦੇ ਆ, ਆਪਣੇ ਕੋਲੇ ਆ ਜਾਏਗਾ d ਨਾਲ d ਸਿੰਪਲੀ ਕੱਟਿਆ ਜਾਊਗਾ ਫਿਰ, ਹਨਾ 3 ਤਾਂ ਉਦਾਂ ਹੀ ਬਾਹਰ ਪਿਆ ਐਂਡ ਇੱਥੇ ਆਪਣੇ ਕੋਲੇ ਆ ਗਿਆ n plus 1 plus 3n minus 1, ਬਾਹਰ ਆਪਣੇ ਕੋਲੇ ਕੀ ਨਿਕਲ ਗਿਆ ਸਾਰੇ ਚੋਂ d ਐਂਡ ਜੇਕਰ ਆਪਾਂ ਨੀਚੇ ਗੱਲ ਕਰੀਏ ਨੀਚੇ ਰਹਿ ਗਿਆ ਆਪਣੇ ਕੋਲੇ n plus 1 plus n minus 1, ਬਾਹਰ ਆਪਣੇ ਕੋਲੇ ਕੀ ਆ ਗਿਆ ਸਾਰੇ ਚੋਂ d। ਸੋ d ਨਾਲ ਤਾਂ d ਸਿੱਧਾ ਚਲਾ ਗਿਆ ਐਂਡ ਇਹਨਾਂ ਨੂੰ ਜੇਕਰ ਆਪਾਂ ਸੋਲਵ ਕਰੀਏ +1 ਨਾਲ -1 ਚਲਾ ਗਿਆ, ਇੱਥੇ ਵੀ +1 ਨਾਲ -1, ਸੋ ਇਹ ਆਪਣੇ ਕੋਲੇ ਰਹਿ ਗਿਆ 3n plus 3n 4n upon 2n। ਸੋ ਆਪਾਂ n ਨਾਲ n ਫੇਰ ਚਲਾ ਗਿਆ, ਇਹ ਆਪਣੇ ਕੋਲੇ ਆ ਗਿਆ 2, ਸੋ ਆਪਣੇ ਕੋਲੇ ਆਨਸਰ ਆ ਗਿਆ 6 which is RHS। ਸੋ ਆਪਾਂ ਇਸ ਨੂੰ 6 ਦੇ ਇਕੁਅਲੀ ਪ੍ਰੂਵ ਕਰਨਾ ਸੀਗਾ ਨਾ, ਸੋ ਆਪਣਾ ਪ੍ਰੂਵ ਹੋ ਗਿਆ। ਐਂਡ ਇਹ ਵਾਲਾ ਪੇਜ ਆਪਣਾ ਅੱਜ ਦਾ ਹੋਮਵਰਕ ਰਹੇਗਾ, ਇਹ ਸਾਰੇ ਕੁਐਸਚਨਸ ਆਪਾਂ ਕੀਤੇ ਹੋਏ ਆ, ਇੱਕ ਵਾਰ ਆਪ ਵੀ ਟਰਾਈ ਕਰਨੇ ਆ। ਜਿਵੇਂ ਕਿ ਅੱਜ ਆਪਾਂ ਸਟਾਰਟਿੰਗ ਵਿੱਚ ਕੀਤਾ ਸੀ ਸਮ ਆਫ 3 ਟਰਮਸ ਵਾਲਾ, ਸਮ ਆਫ 4 ਟਰਮਸ ਵਾਲਾ, ਉਹ ਸਾਰੇ ਕੁਐਸਚਨਸ ਆਪਾਂ ਕਰਕੇ ਦੇਖਣੇ ਆ ਐਂਡ ਨੀਚੇ ਆਨਸਰਸ ਵੀ ਦਿੱਤੇ ਹੋਏ ਆ, ਹਨਾ। ਸੋ ਇੱਕ ਵਾਰ ਮੈਚ ਵੀ ਕਰ ਲਿਓ ਐਂਡ ਮੈਨੂੰ WhatsApp ਕਰ ਦਿਓ ਆਪਣੇ ਆਨਸਰਸ। ਤੇ ਇੱਕ ਚੀਜ਼ ਹੋਰ, ਇਸ ਨਾਲ ਆਪਣਾ AP ਦਾ ਸਾਰਾ ਟੌਪਿਕ ਕਵਰ ਹੋ ਗਿਆ। ਸੋ ਆਪਾਂ ਨੈਕਸਟ ਵੀਡੀਓ ਦੇ ਵਿੱਚ GP ਤੋਂ ਸਟਾਰਟ ਕਰਾਂਗੇ, ਦੈਟ ਇਜ਼ ਜਿਓਮੈਟ੍ਰਿਕ ਪ੍ਰੋਗਰੈਸ਼ਨਸ। ਸੋ ਗੁੱਡ ਬਾਏ ਸਟੂਡੈਂਟਸ, ਹੈਵ ਅ ਨਾਈਸ ਡੇ।